हाँ जी, ਅੱਜ ਅਸੀਂ ਕਰਾਂਗੇ ਜੀ ਧਨੀ ਰਾਮ ਚਾਤ੍ਰਿਕ ਜੀ। ਠੀਕ ਹੈ ਜੀ। ਕੱਲ ਅਸੀਂ ਭਾਈ ਵੀਰ ਸਿੰਘ ਜੀ ਬਾਰੇ ਪੜ੍ਹਿਆ ਸੀਗਾ ਤੇ ਅੱਜ ਵਾਲੀ ਵੀਡੀਓ ਵਿੱਚ ਅਸੀਂ ਧਨੀ ਰਾਮ ਚਾਤ੍ਰਿਕ ਜੀ ਬਾਰੇ ਪੜਾਂਗੇ। ਕਿਉਂ ਇਹ ਕਰਵਾਉਣ ਦਾ ਇਹ ਮਕਸਦ ਆ ਵੀ ਆਪਾਂ ਪ੍ਰਸ਼ਨ ਲੜੀ ਨਾਲ ਕਰ ਰਹੇ ਆ ਤਾਂ ਉਹਦੇ ਵਿੱਚ ਮੈਂ ਜਦੋਂ ਸਿੱਧੇ ਪ੍ਰਸ਼ਨ ਪਾਉਣੀ ਆ ਤਾਂ ਕਈ ਵਾਰੀ ਨਹੀਂ ਪਤਾ ਲੱਗਦੇ ਈਟੀਟੀ ਵਾਲਿਆਂ ਨੂੰ। ਠੀਕ ਹੈ ਨਾ। ਤਾਂ ਮਾਸਟਰ ਕਿਡਰ ਤੇ ਚਲੋ ਉਹਨਾਂ ਨੂੰ ਤਾਂ ਪਤਾ ਹੀ ਹੈ, ਚਲੋ ਉਹ ਵੀ ਇੱਕ ਵਾਰੀ ਸੁਣ ਲੈਣ ਤਾਂ ਉਹਨਾਂ ਦਾ ਵੀ ਹੋਰ ਪਕੇਰਾ ਹੋ ਜਾਵੇਗਾ। ਤਾਂ ਇਹ ਆਪਾਂ 11ਵੀਂ ਦੀ ਇਲੈਕਟਿਵ ਦੇ ਵਿੱਚੋਂ ਕਰ ਰਹੇ ਹਾਂ, ਕਾਵ ਝਲਕਾਂ, ਪੰਜਾਬੀ ਕਾਵ ਝਲਕਾਂ ਅਤੇ ਇਤਿਹਾਸ ਵਿੱਚੋਂ। ਤੇ ਇਹ ਨਾ ਕਹਿਣਾ ਕਿ ਮੇਰੇ ਕੋਲ ਬੁੱਕ ਨਹੀਂ ਸੀ ਤੇ ਮੈਂ ਟੌਪਿਕ ਇਹ ਪੜ੍ਹਿਆ ਨਹੀਂ। ਠੀਕ ਹੈ ਨਾ। ਹੁਣ ਵੀਡੀਓ ਵੀ ਤੁਹਾਨੂੰ ਮਿਲ ਰਹੀਆਂ ਨੇ, ਸੋ ਇਸ ਕਰਕੇ ਇਹਨੂੰ ਕਰੋ। ਬਾਕੀ ਜਿਹੜੇ ਤੁਹਾਡੇ ਹੋਰ ਵਿਸ਼ੇ ਨੇ, ਸਾਇੰਸ, ਇੰਗਲਿਸ਼, ਉਹ ਬਾਕੀ ਵਿਸ਼ੇ ਵੀ ਆਪਣੇ ਹੋਰ ਚੈਨਲਾਂ ਤੋਂ ਕਰਦੇ ਰਹੋ। ਠੀਕ ਹੈ ਜੀ। ਕਰਦੇ ਹਾਂ ਜੀ ਅੱਜ ਧਨੀ ਰਾਮ ਚਾਤ੍ਰਿਕ ਜੀ। ਇਹਨਾਂ ਦਾ ਸਮਾਂ ਨੋਟ ਕਰ ਲਵੋ। ਸਮਾਂ ਹੈ ਜੀ 1876 ਤੋਂ 1954 ਦੇ ਈਸਵੀ ਤੱਕ। ਠੀਕ ਹੈ ਜੀ। 1872 ਵਿੱਚ ਭਾਈ ਵੀਰ ਸਿੰਘ ਦੀ ਮੌਤ ਆਪਾਂ ਪੜ੍ਹੀ ਸੀ, ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ। ਤਾਂ 1876 ਤੋਂ ਲੈ ਕੇ 1954 ਤੱਕ ਧਨੀ ਰਾਮ ਚਾਤ੍ਰਿਕ ਜੀ ਦਾ ਸਮਾਂ ਹੈ। ਤਾਂ ਇਹਨੂੰ ਧਿਆਨ ਨਾਲ ਨੋਟ ਕਰ ਲੈਣਾ। ਠੀਕ ਹੈ। ਮਾਸਟਰ ਕੇਡਰ 'ਚ ਇੱਕ ਪ੍ਰਸ਼ਨ ਆਇਆ ਸੀ, ਪ੍ਰੋਫੈਸਰ ਪੂਰਨ ਸਿੰਘ ਦਾ ਆਈ ਥਿੰਕ ਕਾਲ ਸੀਗਾ ਆਇਆ, ਤਾਂ ਉਹਦੇ ਵਿੱਚ ਥੋੜ੍ਹਾ ਕਨਫਿਊਜ਼ਨ ਸੀ, ਇਸ ਕਰਕੇ ਇਹ ਸਾਰੇ ਨੋਟ ਕਰ ਲੈਣਾ। ਧਨੀ ਜੀਵਨ ਬਾਰੇ ਪੜ੍ਹਦੇ ਹਾਂ। ਧਨੀ ਰਾਮ ਚਾਤ੍ਰਿਕ ਦਾ ਜਨਮ ਜਿਹੜਾ ਸੀ 4 ਅਕਤੂਬਰ 1876 ਦੇ ਵਿੱਚ ਹੋਇਆ। ਠੀਕ ਹੈ ਜੀ। ਪਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ। ਠੀਕ ਹੈ। ਜ਼ਿਲ੍ਹਾ ਨੋਟ ਕਰ ਲਓ, ਸਿਆਲਕੋਟ ਵਿੱਚ ਹੋਇਆ। ਚਾਤ੍ਰਿਕ ਦੇ ਪਿਤਾ ਦਾ ਨਾਂ ਪੋਹੂ ਮਲ ਅਰੋੜਾ ਹੈ ਤੇ ਮਾਤਾ ਦਾ ਨਾਂ ਲక్ష్ਮੀ ਦੇਵੀ ਹੈ। ਠੀਕ ਹੈ ਜੀ। ਚਾਤ੍ਰਿਕ ਦੇ ਬਜ਼ੁਰਗ ਸੰਧਾਵਾਲੀਏ ਸਰਦਾਰਾਂ ਦੇ ਮੁਨੀਮ ਸਨ, ਪਰ ਚਾਤ੍ਰਿਕ ਦੇ ਜਨਮ ਸਮੇਂ ਉਸ ਦੇ ਘਰ ਵਿੱਚ ਅੱਤ ਦੀ ਗਰੀਬੀ ਸੀਗੀ। ਠੀਕ ਹੈ ਜੀ। ਬਹੁਤ ਗਰੀਬੀ ਦੇ ਦਿਨ ਸੀਗੇ। ਇਸ ਲਈ 1878 ਵਿੱਚ ਉਹਨਾਂ ਦੇ ਪਿਤਾ ਜਿਹੜੇ ਸੀਗੇ ਉਹ ਅੰਮ੍ਰਿਤਸਰ ਤੋਂ ਪਿੰਡ ਲਪੋਕੇ ਆਉਣਾ ਉਹਨਾਂ ਨੂੰ ਪਿਆ। ਠੀਕ ਹੈ ਜੀ। ਉੱਥੇ ਆ ਗਏ ਤਾਂ ਇੱਥੇ ਬਾਲਕ ਜਿਹੜਾ ਸੀ ਧਨੀ ਰਾਮ ਚਾਤ੍ਰਿਕ ਦੇ ਨਾਨਕੇ ਰਹਿੰਦੇ ਸਨ। ਠੀਕ ਹੈ ਜੀ। ਇੱਥੇ ਆ ਕੇ ਉਸ ਦੇ ਪਿਤਾ ਨੇ ਦੁਕਾਨਦਾਰੀ ਸ਼ੁਰੂ ਕੀਤੀ। ਗਰੀਬੀ ਕਾਰਨ ਧਨੀ ਰਾਮ ਚਾਤ੍ਰਿਕ ਬਹੁਤਾ ਪੜ੍ਹ ਨਹੀਂ ਸਕੇ। ਠੀਕ ਹੈ ਜੀ। ਬਹੁਤਾ ਪੜ੍ਹ ਨਹੀਂ ਸਕੇ। ਉਹਨਾਂ ਨੇ ਗੁਰਮੁਖੀ, ਦੇਵਨਾਗਰੀ ਤੇ ਮਹਾਜਨੀ ਅੱਖਰਾਂ ਲੰਡੇ ਦਾ ਗਿਆਨ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤਾ ਹੈ। ਠੀਕ ਹੈ ਜੀ। ਇਹ ਸਾਰਿਆਂ ਜਿਹੜੀਆਂ ਲਿਪੀਆਂ ਦਾ ਗਿਆਨ ਹੈ ਇਹਨਾਂ ਨੇ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤਾ ਹੈ। ਸਕੂਲ ਵਿੱਚ ਕੇਵਲ 4 ਹੀ ਜਮਾਤਾਂ ਪੜ੍ਹ ਸਕੇ ਨੇ ਤੇ ਫਿਰ ਤਾਂ ਵੀ ਆਪਣੀ ਹਿੰਮਤ ਦੇ ਨਾਲ ਉਹਨਾਂ ਨੇ ਉਰਦੂ, ਫਾਰਸੀ ਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਜਿਹੜਾ ਹੈ ਉਹ ਹਾਸਲ ਕੀਤਾ ਆ। ਠੀਕ ਹੈ ਜੀ। ਬਹੁਤ ਵੱਡੀ ਗੱਲ ਆ ਕਿ ਆਪਾਂ ਮਤਲਬ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਜੇ ਬੰਦੇ ਦੇ ਵਿੱਚ ਉਦਮ ਕਰਨ ਦੀ ਸ਼ਕਤੀ ਹੈ ਨਾ ਤਾਂ ਉਹ ਫਿਰ ਬਹੁਤ ਕੁਝ ਸਿੱਖ ਸਕਦਾ ਆ। ਧਨੀ ਰਾਮ ਦੀ ਪਹਿਲੀ ਸ਼ਾਦੀ ਜਿਹੜੀ ਹੈ ਉਹ ਕੇਵਲ 12 ਸਾਲ ਦੀ ਉਮਰ ਵਿੱਚ ਹੋ ਗਈ ਸੀ, ਤਾਂ ਪਰ ਉਸ ਦੀ ਆਪਣੀ ਪਤਨੀ ਨਾਲ ਬਹੁਤਾ ਚਿਰ ਨਿਭ ਨਹੀਂ ਸਕੀ। ਠੀਕ ਹੈ ਨਾ। ਤੇ ਫਿਰ 1906 ਵਿੱਚ ਉਸ ਦੀ ਦੂਜੀ ਸ਼ਾਦੀ ਹੋਈ ਤੇ ਉਸ ਸ਼ਾਦੀ ਤੋਂ ਫਿਰ ਉਹਨਾਂ ਦੇ 4 ਲੜਕੇ ਹੋਏ ਤੇ 1 ਲੜਕੀ ਪੈਦਾ ਹੋਈ। ਠੀਕ ਹੈ ਜੀ। ਚਲੋ ਇਹ ਤਾਂ ਆਪਾਂ ਵੈਸੇ ਹੀ ਪੜ੍ਹ ਰਹੇ ਹਾਂ, ਆਪਣਾ ਇੰਪੋਰਟੈਂਟ ਇਹ ਹੈ ਕਿ ਜਨਮ ਆਪਾਂ ਨੋਟ ਕਰ ਲਈਏ ਉਹਨਾਂ ਦਾ। ਠੀਕ ਹੈ ਨਾ। ਅੱਗੇ ਬਈ 1891 ਈਸਵੀ ਵਿੱਚ ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਕਰ ਲਈ। ਹਾਂ, ਆਪਾਂ ਕੱਲ੍ਹ ਕੀਤਾ ਸੀ ਕਿ ਵਜ਼ੀਰ ਹਿੰਦ ਪ੍ਰੈਸ ਜਿਹੜਾ ਸੀ ਭਾਈ ਵੀਰ ਸਿੰਘ ਜੀ ਨੇ ਲਵਾਇਆ ਸੀ ਤੇ ਧਨੀ ਰਾਮ ਚਾਤ੍ਰਿਕ ਜੀ ਨੇ ਇੱਥੇ ਨੌਕਰੀ ਕੀਤੀ ਹੈ। ਠੀਕ ਹੈ ਜੀ। ਕਿੰਨਾ ਚਿਰ ਕੀਤੀ ਹੈ? 18 ਸਾਲ। ਇਸ ਸਮੇਂ ਕਵਿਤਾ ਦਾ ਸ਼ੌਂਕ ਜਾਗਿਆ। ਉਹਨਾਂ ਨੇ ਆਪਣਾ ਕਲਮੀ ਨਾਂ ਚਾਤ੍ਰਿਕ ਰੱਖ ਲਿਆ। ਠੀਕ ਹੈ ਜੀ। ਆਪਣਾ ਲਿਖਣ ਵਾਲੇ ਨਾਮ ਰੱਖ ਲੈਂਦੇ ਹੁੰਦੇ ਆ ਪਿੱਛੇ। ਠੀਕ ਹੈ ਨਾ। ਤਾਂ ਇੱਦਾਂ ਹੀ ਇਹਨਾਂ ਨੇ ਲਾ ਲਿਆ ਆਪਣੇ ਪਿੱਛੇ ਚਾਤ੍ਰਿਕ। ਜਿੱਦਾਂ ਹੁਣ ਸੁਰਜੀਤ ਪਾਤਰ ਲੱਗਾ ਪਿੱਛੇ ਹੈਗੇ ਤਾਂ ਪੱਤੜ ਆ, ਵੈਸੇ ਸੁਰਜੀਤ ਪੱਤੜ ਕਹਿੰਦੇ ਨੇ ਸੀ। ਹੌਲੀ ਹੌਲੀ ਸਮੇਂ ਦੇ ਨਾਲ ਲੋਕਾਂ ਨੇ ਬੋਲਦੇ ਉਹਨਾਂ ਨੂੰ ਪੱਤੜ ਤੋਂ ਪਾਤਰ ਕਰ ਦਿੱਤਾ। ਠੀਕ ਹੈ ਜੀ। ਇਸੇ ਤਰ੍ਹਾਂ ਇਹਨਾਂ ਦਾ ਨਾਂ ਵੀ ਪਿੱਛੇ ਕੀ ਕਲਮੀ ਨਾਮ ਕੀ ਹੈ? ਚਾਤ੍ਰਿਕ ਹੈਗੇ। ਧਨੀ ਰਾਮ ਸੀ, ਫਿਰ ਚਾਤ੍ਰਿਕ ਇਹਨਾਂ ਨੇ ਲਾ ਲਿਆ ਆਪਣਾ ਨਾਮ। 1911 ਵਿੱਚ ਬੰਬਈ ਜਾ ਕੇ ਗੁਰਮੁਖੀ ਅੱਖਰਾਂ ਦੀ ਟਾਈਪ ਬਣਾਉਣ ਦੀ ਸਿੱਖਿਆ ਲਈ। ਹਾਂ। ਠੀਕ ਹੈ ਜੀ। 1914 ਵਿੱਚ ਅੰਮ੍ਰਿਤਸਰ ਆ ਕੇ ਸਟੈਂਡਰਡ ਟਾਈਪ ਫਾਊਂਡਰੀ ਤੇ ਸੁਦਰਸ਼ਨ ਪ੍ਰਿੰਟਿੰਗ ਪ੍ਰੈਸ ਚਾਲੂ ਕੀਤਾ। ਇਹਨਾਂ ਨੇ ਕਿਹੜਾ ਪ੍ਰੈਸ ਚਾਲੂ ਕੀਤਾ? ਸੁਦਰਸ਼ਨ ਪ੍ਰਿੰਟਿੰਗ ਪ੍ਰੈਸ। ਠੀਕ ਹੈ ਜੀ। ਧਨੀ ਰਾਮ ਚਾਤ੍ਰਿਕ ਦਾ ਦੇਹਾਂਤ 18 ਦਸੰਬਰ 1954 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਠੀਕ ਹੈ ਜੀ। ਅੱਗੇ ਇਹਨਾਂ ਦੀਆਂ ਮੇਨ ਮੁੱਖ ਪੁਆਇੰਟ ਜਿਹੜੇ ਆਪਣੇ ਨੋਟ ਕਰਨ ਵਾਲੇ ਨੇ, ਕਾਵ ਰਚਨਾਵਾਂ ਨੇ ਕਿਹੜੀਆਂ ਨੇ ਦੇਖ ਲਈਏ। ਭਰਥਰੀ-ਹਰੀ, ਨਲ ਦਮਯੰਤੀ, ਧਰਮਵੀਰ, ਫੁੱਲਾਂ ਦੀ ਟੋਕਰੀ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰ ਜਹਾਂ, ਬਾਦਸ਼ਾਹ ਬੇਗਮ। ਠੀਕ ਹੈ ਜੀ। ਇਹ ਸਾਰੀਆਂ ਇਹਨਾਂ ਦੀਆਂ ਕੀ ਨੇ? ਕਾਵ ਰਚਨਾਵਾਂ ਨੇ। ਇਹਨਾਂ 'ਚੋਂ ਆਪਾਂ MCQ ਬਣਾਵਾਂਗੇ। ਠੀਕ ਹੈ ਜੀ। ਇੱਕ ਅੱਧਾ ਮੈਂ ਕਰਵਾਇਆ ਵੀ ਹੋਇਆ, ਨਲ ਦਮਯੰਤੀ, ਜਿਨ੍ਹਾਂ ਨੂੰ ਮੈਂ ਅੰਡਰਲਾਈਨ ਕੀਤਾ ਆ। ਠੀਕ ਹੈ ਜੀ।
ਚਾਤ੍ਰਿਕ ਨੇ ਆਪਣਾ ਸਾਹਿਤਕ ਜੀਵਨ ਰਵਾਇਤੀ ਢੰਗ ਦੀ ਧਾਰਮਿਕ ਕਿੱਸਾਕਾਰੀ ਤੇ ਸਟੇਜੀ ਢੰਗ ਦੀ ਕਵਿਤਾ ਨਾਲ ਆਰੰਭਿਆ ਹੈ। ਠੀਕ ਹੈ ਜੀ, ਪਹਿਲਾਂ ਉਹ ਸਟੇਜੀ ਕਵਿਤਾ ਹੀ ਜਿਹੜੀ ਸੀ ਲਿਖਦੇ ਸੀਗੇ। ਤਾਂ ਫਿਰ ਦੇਖੋ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਪੁਸਤਕਾਂ ਨੇ, ਜਿਵੇਂ ਭਰਥਰੀ, ਹਰੀ, ਨਲ ਦਮਯੰਤੀ, ਧਰਮਵੀਰ, ਇਸੇ ਝੁਕਾਅ ਦੀਆਂ ਸੂਚਕ ਆ। ਠੀਕ ਹੈ ਜੀ, ਚੰਦਨਵਾੜੀ ਤੋਂ ਫਿਰ ਚੰਦਨਵਾੜੀ ਦੇ ਪ੍ਰਕਾਸ਼ਨ ਨਾਲ ਚਾਤ੍ਰਿਕ ਜਿਹੜੇ ਸੀ ਉਹ ਆਧੁਨਿਕ ਕਵੀਆਂ ਦੀ ਕਤਾਰ ਵਿੱਚ ਆਪਣਾ ਸਥਾਨ ਬਣਾ ਸਕੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਚਾਤ੍ਰਿਕ ਮੁੱਖ ਰੂਪ ਵਿੱਚ ਪੰਜਾਬੀ ਦੀ ਰਾਸ਼ਟਰਵਾਦੀ ਧਾਰਾ ਦਾ ਕਵੀ ਹੈ, ਭਾਵੇਂ ਉਸ ਉੱਪਰ ਸੂਫੀ ਵਿਚਾਰਧਾਰਾ ਦਾ ਪ੍ਰਭਾਵ ਵੀ ਪ੍ਰਤੱਖ ਹੈ। ਠੀਕ ਹੈ ਜੀ, ਉਸ ਨੂੰ ਪੰਜਾਬ ਦੀ ਧਰਤੀ, ਇੱਥੋਂ ਪਤਾ ਕੀ ਗੱਲ ਹੈ, ਇਸ ਪੈਰੇ ਤੋਂ ਆਪਾਂ ਨੂੰ ਉਹਨਾਂ ਦੀ ਲਿਖਣ ਦੀ ਪ੍ਰਕਿਰਤੀ ਬਾਰੇ ਪਤਾ ਲੱਗੇਗਾ। ਠੀਕ ਹੈ ਜੀ, ਉਸ ਨੂੰ ਪੰਜਾਬ ਦੀ ਧਰਤੀ, ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨਾਲ ਅੰਤਾਂ ਦਾ ਮੋਹ ਸੀ। ਪੰਜਾਬੀ ਬੋਲੀ ਉਸ ਲਈ ਮਾਂ ਜਿੰਨੀ ਸਤਿਕਾਰਤ ਸੀ ਅਤੇ ਪੰਜਾਬ ਦੀ ਧਰਤੀ ਉਸ ਲਈ ਸਵਰਗ ਸਮਾਨ ਸੀ। ਉਹਨਾਂ ਨੇ ਇੱਥੇ ਦੇ ਪਹਾੜਾਂ, ਦਰਿਆਵਾਂ, ਰੁੱਤਾਂ ਤੇ ਸੱਭਿਆਚਾਰਕ ਰਸਮ ਰੀਤਾਂ, ਮੇਲਿਆਂ ਆਦਿ ਤੇ ਬੜੀਆਂ ਭਾਵਕ ਕਵਿਤਾਵਾਂ ਲਿਖੀਆਂ। ਠੀਕ ਹੈ ਜੀ, ਹੁਣ ਇਹਨਾਂ ਦੀਆਂ ਮੇਨ ਕਵਿਤਾਵਾਂ ਦੇਖ ਲਓ, ETT ਵਾਲੇ ਧਿਆਨ ਨਾਲ ਨੋਟ ਕਰ ਲੈਣਾ ਤੇ ਮਾਸਟਰ ਕੇਡਰ ਵੀ। ਠੀਕ ਹੈ, ਦੇਖੋ ਪੰਜਾਬ ਇਹਨਾਂ ਦੀ ਕਵਿਤਾ, ਹਿਮਾਲਾ, ਵਿਸਾਖੀ, ਮੇਲੇ ਵਿੱਚ ਜੱਟ, ਬਸੰਤ, ਆਪਾਂ ਕੀਤੀਆਂ ਹੋਈਆਂ ਨੇ ਕਵਿਤਾਵਾਂ। 6ਵੀਂ 7ਵੀਂ ਵਿੱਚ ਹੈਗੀ ਹੈ ਬਸੰਤ ਆਹ ਕਵਿਤਾ। ਠੀਕ ਹੈ ਜੀ, ਤਾਂ ਇਹਨੂੰ ਨੋਟ ਕਰ ਲੈਣਾ। ਇਹ ਸ਼ਾਇਦ 9ਵੀਂ ਵਿੱਚ ਆ, ਆਪਾਂ ਕੀਤੇ ਹੋਏ ਆ ਇਹ ਪ੍ਰਸ਼ਨ। ਤਾਂ ਠੀਕ ਹੈ ਜੀ, ਇਹਨਾਂ ਦੀਆਂ ਪ੍ਰਸਿੱਧ ਕਵਿਤਾਵਾਂ ਨੇ। ਉਸਦੇ ਪੰਜਾਬ ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ, ਇਹਨਾਂ ਕਵਿਤਾਵਾਂ ਤੋਂ ਉਹਨਾਂ ਦੇ ਪੰਜਾਬ ਪ੍ਰਤੀ ਪਿਆਰ ਦਾ ਪਤਾ ਲੱਗਦਾ ਹੈ। ਉਸ ਦੀ ਕਵਿਤਾ ਦਾ ਰੰਗ ਰੋਮਾਂਟਿਕ ਵੀ ਹੈ। ਰਾਸ਼ਟਰਵਾਦੀ ਹੋਣ ਕਰਕੇ ਉਹ ਕੌਮੀ ਏਕਤਾ ਦਾ ਚਾਹਵਾਨ ਹੈ। ਉਹਨਾਂ ਤੇ ਗੁਲਾਮੀ ਦੇ ਜੀਵਨ ਨੂੰ ਘਿਰਣਾ ਕਰਦਾ ਹੈ ਅਤੇ ਗੁਲਾਮੀ ਦੀ ਅਮੀਰੀ ਨਾਲੋਂ ਸੁਤੰਤਰਤਾ ਦੀ ਫਕੀਰੀ ਨੂੰ ਪਹਿਲ ਦਿੰਦਾ ਹੈ। ਠੀਕ ਹੈ ਜੀ, ਤੇ ਅੱਗੇ ਇਹਨਾਂ ਦੀਆਂ ਸਤਰਾਂ ਦੇਖ ਲਈਏ। ਖੀਰਾਂ ਨਾਲ ਭਰੇ ਕਿਸ ਕਾਰੇ, ਮੁਖੜੇ ਦਿਲਗੀਰਾਂ ਦੇ, ਕਰ ਗੁਜ਼ਾਰਨ ਸੁਤੰਤਰਤਾ ਵਿੱਚ ਪਹਿਨ ਲੋਦੜੇ ਲੀਰਾਂ ਦੇ। ਉਹੀ ਗੱਲ ਜਿਹੜੀ ਵੀ ਮਤਲਬ ਗੁਲਾਮੀ ਦੀ ਅਮੀਰੀ ਨਾਲੋਂ ਚੰਗਾ ਹੈ ਕਿ ਸੁਤੰਤਰਤਾ ਦੀ ਫਕੀਰੀ ਠੀਕ ਹੈ। ਠੀਕ ਹੈ ਜੀ, ਚਾਤ੍ਰਿਕ ਇੱਕ ਲੋਕ ਪੱਖੀ ਕਵੀ ਹੈ। ਇਸ ਲਈ ਉਹ ਸਰਮਾਏਦਾਰੀ, ਲੁੱਟ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ। ਉਹ ਲੋਕ ਰਾਜ ਦਾ ਹਾਮੀ ਹੈ, ਪਰ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਆਏ ਲੋਕ ਰਾਜ ਨੂੰ ਉਹ ਮੁੱਠੀ ਭਰ ਅਮੀਰਾਂ ਦਾ ਰਾਜ ਦੱਸਦਾ ਹੋਇਆ ਇਸ ਦੇ ਵਿਰੁੱਧ ਲਿਖਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਹ ਰਾਜ ਪ੍ਰਬੰਧ ਕੁਨਬਾ ਪਰਵਰੀ ਤੇ ਰਿਸ਼ਵਤਖੋਰੀ ਤੇ ਆਧਾਰਿਤ ਹੈ। ਠੀਕ ਹੈ ਜੀ, ਦੇਖੋ ਅੱਗੇ ਇਹਨਾਂ ਦੀਆਂ ਸਤਰਾਂ ਦੇਖ ਲਈਏ। ਬਸ ਆਪਾਂ ਮੇਨ ਧਿਆਨ ਸਤਰਾਂ ਤੇ ਦੇਣਾ ਤੇ ਉਹਨਾਂ ਦੀਆਂ ਕਾਵ ਰਚਨਾਵਾਂ, ਉਹਨਾਂ ਦੇ ਜਨਮ ਸਥਾਨ, ਉਹਨਾਂ ਦੇ ਮਾਤਾ ਪਿਤਾ, ਠੀਕ ਹੈ, ਸਾਰਾ ਉਹਨਾਂ ਦਾ ਸਮਾਂ ਨੋਟ ਕਰਨਾ। ਧਨ ਵੀ ਆਪਣਾ, ਪ੍ਰੈਸ ਵੀ ਆਪਣਾ, ਬਾਕੀ ਰਹਿ ਗਏ ਕਾਮੇ, ਮੁੱਠ ਗਰਮ ਕਰ ਵੋਟ ਲੈ ਗਿਆ, ਮੂੰਹ ਉਹਨਾਂ ਦਾ ਸੀਤਾ। ਠੀਕ ਹੈ ਜੀ, ਇਹ ਉਹਨਾਂ ਦੀਆਂ ਰਚਨਾਵਾਂ ਨੇ। ਅੱਗੇ ਵੀ ਦੇਖ ਲਓ। ਇੱਥੇ ਆ ਕੇ ਉਸ ਦਾ ਰਾਸ਼ਟਰਵਾਦ ਮਾਨਵਵਾਦ ਬਣ ਜਾਂਦਾ ਹੈ। ਠੀਕ ਹੈ ਜੀ, ਪਹਿਲਾਂ ਸਟੇਜੀ ਕਵਿਤਾ ਲਿਖਦੇ ਸੀ, ਫਿਰ ਹੌਲੀ ਹੌਲੀ ਰਾਸ਼ਟਰਵਾਦ, ਫਿਰ ਹੌਲੀ ਹੌਲੀ ਉਹ ਰਾਸ਼ਟਰਵਾਦ ਤੋਂ ਉੱਪਰ ਉੱਠ ਕੇ ਮਾਨਵਵਾਦ ਵੱਲ ਆ ਗਏ। ਠੀਕ ਹੈ ਜੀ, ਇਹ ਉਹਨਾਂ ਦਾ ਆਪਾਂ ਪੜ੍ਹਿਆ ਇਹਦੇ ਵਿੱਚ। ਠੀਕ ਹੈ ਜੀ, ਤੇ ਉਹ ਹੁਣ ਕੀ ਕਰ ਰਹੇ ਨੇ, ਉਹ ਉਸ ਸਮਾਜ ਦਾ ਸੁਪਨਾ ਦੇਖਦਾ ਹੈ ਜਿਸ ਵਿੱਚ ਇਨਸਾਨ ਕੇਵਲ ਇਨਸਾਨ ਹੋਣ ਕਰਕੇ ਹੀ ਪੂਜਨਯੋਗ ਹੋਵੇ। ਠੀਕ ਹੈ ਜੀ, ਸਾਂਝੇ ਹੋਣ ਮਸੀਤਾਂ ਮੰਦਰ, ਵਸੇ ਰੱਬ ਦਿਲਾਂ ਦੇ ਅੰਦਰ, ਲੀਡਰ ਹੋਣ ਦਿਆਨਤਦਾਰ, ਮੇਲ ਮੁਹੱਬਤ ਦਾ ਪ੍ਰਚਾਰ, ਮਤਲਬ ਇਹ ਤੇ ਪਾੜਨ ਵਾਲੇ ਭੁੱਲ ਜਾਵਣ ਸਤਰੰਜ ਦੇ ਚਾਲੇ, ਟੁਕਰਾਂ ਤੋਂ ਨਾ ਵੱਡ ਖਾਣ, ਸੱਚਮੁੱਚ ਦਾ ਇਨਸਾਨ ਸਤਾਨ। ਠੀਕ ਹੈ ਜੀ, ਮਤਲਬ ਇਨਸਾਨ ਨੂੰ ਇਨਸਾਨ ਦੇ ਤੌਰ 'ਤੇ ਹੀ ਪੂਜਿਆ ਜਾਵੇ। ਇਹ ਨਹੀਂ ਕਿ ਉਹ ਹਿੰਦੁਸਤਾਨ ਦਾ ਆ, ਇੰਗਲੈਂਡ ਦਾ ਆ, ਜਾਂ ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਕੋਈ ਵੀ। ਮਾਨਵਵਾਦ ਆ ਗਿਆ। ਠੀਕ ਹੈ ਨਾ। ਰੂਪਕ ਪੱਖ ਦੇਖ ਲਓ ਬਈ। ਰੂਪਕ ਪੱਖ ਚਾਤ੍ਰਿਕ ਦੀ ਕਵਿਤਾ ਜਿਹੜੀ ਆ ਪਰੰਪਰਾਗਤ ਹੈ। ਉਸਨੇ ਬੈਂਤ, ਦੋਹਰਾ, ਕੁਰੜਾ, ਕਵਿ ਛੰਦ ਛੰਦਾਂ ਦੇ ਨਾਮ ਨੇ। ਠੀਕ ਹੈ ਜੀ, ETT ਸਾਇੰਸ ਵਾਲੇ ਨੋਟ ਕਰ ਲੈਣਾ। ਲੋਕ ਗੀਤਾਂ ਦੀਆਂ ਧੁਨਾਂ ਅਪਣਾਈਆਂ ਤੇ ਗੀਤ, ਗਜ਼ਲ, ਰੁਬਾਈ ਆਦਿ ਕਾਵ ਰੂਪ ਅਪਣਾਏ। ਠੀਕ ਹੈ ਜੀ, ਚਾਤ੍ਰਿਕ ਦੀ ਬੋਲੀ ਠੇਠ ਮੁਹਾਵਰੇਦਾਰ ਕੇਂਦਰੀ ਪੰਜਾਬੀ ਹੈ। ਇਸ ਵਿਚਲੇ ਅਲੰਕਾਰ, ਮੁਹਾਵਰੇ ਤੇ ਅਖਾਣ ਚਾਤ੍ਰਿਕ ਕਾਵ ਨੂੰ ਲੋਕ ਕਾਵ ਦੇ ਨੇੜੇ ਲੈ ਕੇ ਆਉਂਦੇ ਹਨ। ਇਸ ਲਈ ਇਹ ਕਵਿਤਾ ਜਨ ਸਧਾਰਨ ਦੀ ਪਕੜ ਵਿੱਚ ਆਉਣ ਵਾਲੀ ਹੈ। ਸਰਲ, ਸਾਦੀ ਤੇ ਲੋਕ ਮੁਖੀ ਕਵਿਤਾ ਲਿਖਣ ਕਾਰਨ ਚਾਤ੍ਰਿਕ ਨੂੰ ਆਧੁਨਿਕ ਲੋਕ ਕਵੀ ਵੀ ਕਿਹਾ ਜਾਂਦਾ ਹੈ। ਆਧੁਨਿਕ ਲੋਕ ਕਵੀ ਵੀ ਕਿਹਾ ਜਾਂਦਾ ਹੈ। ਬਸ ਅਸੀਂ ਉਹਨਾਂ ਦਾ ਜਨਮ ਸਥਾਨ ਨੋਟ ਕਰਨਾ, ਉਹਨਾਂ ਦਾ ਸਮਾਂ ਨੋਟ ਕਰਨਾ, ਮਾਤਾ ਪਿਤਾ ਨੋਟ ਕਰਨੇ ਨੇ, ਤਾਂ ਫਿਰ ਉਹਨਾਂ ਦਾ ਜੋ ਵੀ ਉਹਨਾਂ ਨੇ ਕਿਸ ਤਰ੍ਹਾਂ ਜੀਵਨ ਗੁਜ਼ਾਰਿਆ ਇਹ ਵੀ ਸਾਨੂੰ ਚਲੋ ਪਤਾ ਹੋਣਾ ਚਾਹੀਦਾ ਹੈ ਨਾ। ਤੇ ਉਹਨਾਂ ਦੀਆਂ ਮੁੱਖ ਕਾਵਕ ਰਚਨਾਵਾਂ, ਮੁੱਖ ਆਪਾਂ ਕਵਿਤਾਵਾਂ ਉਹਨਾਂ ਦੀਆਂ ਦੇਖ ਲਈਆਂ ਜਿਹੜੀਆਂ ਪ੍ਰਸਿੱਧ ਨੇ। ਉਹਨਾਂ ਦੀ ਪ੍ਰਕਿਰਤੀ ਨੋਟ ਕਰ ਲਈ ਹੈ। ਠੀਕ ਹੈ ਜੀ, ਕਿਸ ਤਰ੍ਹਾਂ ਦਾ ਉਹਨਾਂ ਦੀਆਂ ਕਵਿਤਾਵਾਂ ਦਾ ਸ਼ੁਰੂਆਤੀ ਝੁਕਾਅ ਸੀਗਾ, ਫਿਰ ਬਾਅਦ ਵਿੱਚ ਕਿਸ ਤਰ੍ਹਾਂ ਦਾ ਝੁਕਾਅ ਹੋਇਆ, ਤੇ ਫਿਰ ਹੌਲੀ ਹੌਲੀ ਉਹ ਮਾਨਵਵਾਦ ਵੱਲ ਤੁਰੇ ਆਏ।
ਤਾਂ ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਪ੍ਰੋਫੈਸਰ ਪੂਰਨ ਸਿੰਘ ਕਰਾਂਗੇ, ਤਾਂ ਆਪਾਂ ਫਿਰ ਇਹਦੇ MCQ ਜਿਹੜੇ ਹੈ ਉਹ ਅਲੱਗ ਤੋਂ ਕਰ ਹੀ ਰਹੇ ਹਾਂ। ਠੀਕ ਹੈ ਜੀ, ਤੁਹਾਡਾ ਸਭ ਦਾ ਧੰਨਵਾਦ।